ਸਤਿ ਸ਼੍ਰੀ ਅਕਾਲ ਦੋਸਤੋ। ਵਨ ਐਜੂਕੇਸ਼ਨ ਸਰਵਿਸ ਪਟਿਆਲਾ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਆਪਾਂ ਪੋਲਿਟੀ ਦਾ ਜਿਹੜਾ ਸਬਕ ਹੈ ਉਹ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਆਪਾਂ ਇੰਡੀਅਨ ਪੋਲਿਟੀ, ਜਿਹਨੂੰ ਆਪਾਂ ਸੰਵਿਧਾਨ ਕਹਿ ਸਕਦੇ ਹਾਂ। ਠੀਕ ਹੈ ਜੀ। ਇਹ ਆਪਾਂ ਸਭ ਨੂੰ ਪਤਾ, ਆਪਾਂ ਨੂੰ ਪਹਿਲਾਂ ਆਪਾਂ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਸੀਗੇ। ਆਪਣਾ ਜਿਹੜਾ ਦੇਸ਼ ਹੈ, ਜਿਹੜਾ ਭਾਰਤ ਹੈ, ਇਹ ਆਜ਼ਾਦ ਹੋਇਆ ਸੀ 15 ਅਗਸਤ 1947 ਚ। ਠੀਕ। ਪਹਿਲਾਂ ਆਪਾਂ ਰਾਜੇ ਕੀ ਹੁੰਦੇ ਸੀ? ਅੰਗਰੇਜ਼ਾਂ ਦੇ ਗੁਲਾਮ ਹੁੰਦੇ ਸੀ ਸਾਰੇ। ਜਿਹੜੀ ਆਪਣੇ ਲੋਕਾਂ ਨੇ ਇੱਕ ਪਹਿਲੀ ਆਜ਼ਾਦੀ ਦੀ ਲੜਾਈ ਲੜੀ ਸੀ, ਉਹਨੂੰ ਕਹਿੰਦੇ ਆ ਆਪਾਂ ਪਹਿਲੀ, ਜਿਹਨੂੰ 1857 ਦਾ ਰਿਵੋਲਟ ਕਿਹਾ ਜਾਂਦਾ। ਇਹਨੂੰ ਪਹਿਲੀ ਆਜ਼ਾਦੀ ਦੀ ਲੜਾਈ ਵੀ ਕਿਹਾ ਜਾਂਦਾ, 1857 ਦੇ ਰਿਵੋਲਟ ਨੂੰ। ਉਸ ਤੋਂ ਬਾਅਦ 1885 ਦੇ ਵਿੱਚ ਇੱਕ ਆਈਐਨਸੀ ਬਣਦੀ ਹੈ, ਜਿਹਦਾ ਮਤਲਬ ਹੈਗਾ ਇੰਡੀਅਨ ਨੈਸ਼ਨਲ ਕਾਂਗਰਸ। ਠੀਕ। ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਕੀਤੀ ਗਈ ਸੀ, ਇਹ ਵੀ ਕਾਹਦੇ ਵਾਸਤੇ ਸੀ? ਇਹ ਵੀ ਆਪਣੀਆਂ ਇੰਡੀਅਨ ਇੰਡੀਪੈਂਡੈਂਟ ਕਰਾਉਣ ਵਾਸਤੇ ਇਹਨਾਂ ਦੀ ਮੁਹਿੰਮ ਸੀ। ਇੱਕ ਕਮੇਟੀ ਗਠਿਤ ਕੀਤੀ ਗਈ ਸੀ। ਜਿਹੜਾ ਆਈਐਨਸੀ ਦਾ ਫਾਊਂਡਰ ਸੀ ਉਹ ਕੌਣ ਸੀਗਾ? ਏਓ ਹਿਊਮ। ਇਹਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਉਹ ਕੌਣ ਸੀ? ਉਮੇਸ਼ ਚੰਦਰ ਬੈਨਰਜੀ। ਆਈਐਨਸੀ ਦਾ, ਇੰਡੀਅਨ ਨੈਸ਼ਨਲ ਕਾਂਗਰਸ ਦਾ। ਜਿਹੜੀ ਆਈਐਨਸੀ ਸੀਗੀ, ਇਹਦਾ ਫਸਟ ਸੈਸ਼ਨ ਕਿੱਥੇ ਹੋਇਆ ਸੀ? ਬੰਬੇ ਹੋਇਆ ਸੀ। ਇਹ ਹੋਣਾ ਪੂਨੇ ਸੀਗਾ। ਪੂਨੇ ਤਾਂ ਨਹੀਂ ਸੀ ਹੋਇਆ ਕਿਉਂਕਿ ਉੱਥੇ ਕਾਲਰਾ ਫੈਲ ਗਿਆ ਸੀ। ਕਾਲਰਾ ਮਤਲਬ ਕੀ ਹੁੰਦਾ? ਹੈਜਾ। ਉਸ ਤੋਂ ਬਾਅਦ ਇੱਕ ਲਾਹੌਰ ਸੈਸ਼ਨ ਹੋਇਆ ਸੀ ਰਾਜੇ ਆਪਣਾ 1929 ਦੇ ਵਿੱਚ। ਕਦੋਂ ਹੋਇਆ ਸੀ? 1929 ਦੇ ਵਿੱਚ, ਜਿਹਨੂੰ ਲਾਹੌਰ ਸੈਸ਼ਨ ਕਹਿੰਦੇ ਸੀਗੇ। ਲਾਹੌਰ ਸੈਸ਼ਨ ਪ੍ਰਜ਼ਾਈਡ ਕਿਹਨੇ ਕੀਤਾ ਸੀ ਰਾਜੇ? ਜਵਾਹਰ ਲਾਲ ਨਹਿਰੂ ਨੇ। ਕਿਹਨੇ ਪ੍ਰਜ਼ਾਈਡ ਕੀਤਾ ਸੀਗਾ? ਜਵਾਹਰ ਲਾਲ ਨਹਿਰੂ ਨੇ। ਇਹ ਹੋਇਆ ਕਦੋਂ ਸੀਗਾ? 1929 ਦੇ ਵਿੱਚ। ਜਿਹੜਾ ਲਾਹੌਰ ਸੈਸ਼ਨ ਹੋਇਆ ਸੀ, ਇਹਦੇ ਵਿੱਚ ਪੂਰਨ ਸਵਰਾਜ ਦੀ ਮੰਗ ਕੀਤੀ ਗਈ ਸੀ। ਪੂਰਨ ਸਵਰਾਜ ਦਾ ਮਤਲਬ ਹੈਗਾ ਕਿ ਆਪਣਾ ਭਾਰਤ ਨੂੰ ਕੀ ਕਰਾ ਦੇਣਾ? ਆਪਾਂ ਪੂਰਨ ਤੌਰ ਤੇ ਆਜ਼ਾਦ ਕਰਵਾ ਦੇਣਾ। ਇਹਦੇ ਲਾਹੌਰ ਸੈਸ਼ਨ 'ਚ ਮੰਗ ਕੀਤੀ ਗਈ ਸੀ ਇਸ ਚੀਜ਼ ਦੀ। ਉਸ ਤੋਂ ਬਾਅਦ ਆਪਣੇ ਲੋਕਾਂ ਨੇ 26 ਜਨਵਰੀ 1930 ਨੂੰ ਪਹਿਲਾ ਆਜ਼ਾਦੀ ਦਿਵਸ ਮਨਾ ਲਿਆ ਸੀਗਾ। ਠੀਕ ਹੈ ਜੀ। ਪਹਿਲਾ ਆਜ਼ਾਦੀ ਦਿਵਸ ਅਸੀਂ ਕਦੋਂ ਮਨਾ ਲਿਆ? 26 ਜਨਵਰੀ 1930। ਉਸ ਤੋਂ ਬਾਅਦ ਇੱਕ 1946 ਚ ਮੀਟਿੰਗ ਹੋਈ ਸੀ, ਮਿਸ਼ਨ ਆਇਆ ਸੀਗਾ, ਜਿਹਨੂੰ ਕਹਿੰਦੇ ਸੀ ਕੈਬਨਿਟ ਮਿਸ਼ਨ ਪਲਾਨ। ਉਸ ਸਮੇਂ ਬ੍ਰਿਟੇਨ ਦੇ ਵਿੱਚ ਜਿਹਦੀ ਸਰਕਾਰ ਹੁੰਦੀ ਸੀਗੀ ਉਹ ਕਿਹਦੀ ਹੁੰਦੀ ਸੀ? ਐਟਲੇ ਦੀ। ਐਟਲੇ ਸਰਕਾਰ ਹੁੰਦੀ ਸੀ। ਇਹਨੇ ਕੈਬਨਿਟ ਮਿਸ਼ਨ ਦੇ ਵਿੱਚ 3 ਬੰਦੇ ਭੇਜੇ ਸੀਗੇ ਵੀ ਤੁਸੀਂ ਇਹਨਾਂ ਮਤਲਬ ਕਮੇਟੀ ਜਿਹੜੀ ਭੇਜੀ ਸੀਗੀ ਇਹਨੇ, ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਜਾ ਕੇ ਜੋ ਵੀ ਇਹਨਾਂ ਦੀ ਡਿਮਾਂਡਸ ਹੈਗੀਆਂ ਨੇ ਪੂਰੀਆਂ ਕਰੋ ਇੰਡੀਅਨਸ ਦੀਆਂ, ਤੇ ਉਹਨਾਂ ਨੂੰ ਆਜ਼ਾਦੀ ਦਿਓ। ਠੀਕ ਹੈ ਜੀ। ਉਸ ਤੋਂ ਬਾਅਦ ਐਟਲੀ ਨੇ ਜਿਹੜੇ 3 ਬੰਦੇ ਭੇਜੇ ਸੀਗੇ, ਇਹ ਕਿਹੜੇ ਸੀ? ਲਾਰਡ ਪੈਥਿਕ ਲਾਰੈਂਸ, ਸਰ ਸੈਫਰਡ ਕ੍ਰਿਪਸ ਐਂਡ ਏ.ਵੀ. ਅਲੈਗਜ਼ੈਂਡਰ। ਇਹ 3 ਪਰਸਨ ਭੇਜੇ ਸੀਗੇ, ਜੋ ਵੀ ਇੰਡੀਅਨਸ ਦੀ ਡਿਮਾਂਡ ਹੈਗੀਆਂ ਨੇ ਉਹਨਾਂ ਨੂੰ ਪੂਰੀ ਕਰੋ ਤੇ ਉਹਨਾਂ ਨੂੰ ਆਜ਼ਾਦ ਕਰੋ। ਉਸ ਤੋਂ ਬਾਅਦ ਆਪਾਂ ਇੰਡੀਅਨ ਇੰਡੀਪੈਂਡੈਂਟ ਐਕਟ 1947 ਦੇ ਵਿੱਚ ਆਜ਼ਾਦ ਹੋ ਗਏ ਇਹਦੇ ਦੌਰਾਨ। ਠੀਕ ਹੈ ਜੀ। ਤੇ ਮਾਊਂਟ ਬੈਟਨ ਪਲਾਨ ਦੇ ਤਹਿਤ ਆਪਾਂ ਆਜ਼ਾਦ ਹੋਏ ਸੀਗੇ। ਜੇ ਐਕਟ ਪੁੱਛਿਆ ਜਾਵੇ ਪੇਪਰ ਦੇ ਵਿੱਚ, ਇੰਡੀਅਨ ਇੰਡੀਪੈਂਡੈਂਟ ਐਕਟ ਸੀ। ਪਲਾਨ ਕਿਹੜਾ ਸੀ? ਮਾਊਂਟ ਬੈਟਨ ਪਲਾਨ। ਮਾਊਂਟ ਬੈਟਨ ਪਲਾਨ। ਉਸ ਤੋਂ ਬਾਅਦ ਸੰਵਿਧਾਨ ਦੀ ਗੱਲ ਕਰੀਏ ਆਪਾਂ, ਜਿਹੜਾ ਆਪਾਂ ਸ਼ੁਰੂ ਕਰਨ ਲੱਗੇ ਹਾਂ ਉਹ ਕੀ ਹੈ? ਇੱਕ ਐਮ.ਐਨ. ਰॉय ਨਾਮ ਦਾ ਬੰਦਾ ਸੀਗਾ। ਜਦੋਂ ਆਪਾਂ ਪੂਰਨ ਸਵਰਾਜ ਦੀ ਮੰਗ ਕੀਤੀ ਸੀਗੀ, ਐਮ.ਐਨ. ਰॉय ਨਾਮ ਦਾ ਬੰਦਾ ਸੀ ਇੱਕ। ਇਹਨੇ ਕੀ ਕੀਤਾ ਸੀਗਾ? ਐਮ.ਐਨ. ਰॉय ਨਾਮ ਦੇ ਬੰਦੇ ਨੇ 1934 ਦੇ ਵਿੱਚ ਇਹਨੇ ਸੰਵਿਧਾਨ ਬਣਾਉਣ ਦਾ ਸਾਡਾ ਆਈਡੀਆ ਦਿੱਤਾ ਸੀਗਾ। ਕੌਣ ਸੀਗਾ? ਐਮ.ਐਨ. ਰॉय। ਐਮ.ਐਨ. ਰॉय ਨੇ ਸੰਵਿਧਾਨ ਬਣਾਉਣ ਦਾ ਆਈਡੀਆ ਦਿੱਤਾ ਸੀਗਾ। ਸੰਵਿਧਾਨ ਕੀ ਹੈ? ਸਾਡੇ ਦੇਸ਼ ਨੂੰ ਚਲਾਉਣ ਦਾ ਕਾਨੂੰਨ ਹੈ, ਜਿਹਦੇ ਤਹਿਤ, ਜਿਹਦੇ ਅੰਡਰ ਰਹਿ ਕੇ ਸਾਡਾ ਦੇਸ਼ ਚੱਲਦਾ ਹੈ। ਹੁਣ ਕੌਂਸਟੀਟਿਊਐਂਟ ਅਸੈਂਬਲੀ ਸੈਟਅਪ ਕੀਤੀ ਗਈ।
कॉन्स्टिट्यूएंट असैंबली मतलब संविधान दी बनाउण दी जिहड़ी असैंबली सी ਉਹ सैटअप कर दी गई। कदों की गई? 1946 नवंबर 1946 ਦੇ ਵਿੱਚ। ਉਸ ਤੋਂ ਬਾਅਦ ਨਾ ਟੈਂਪਰੇਰੀ ਪ੍ਰੈਜ਼ੀਡੈਂਟ ਲਾ ਲਿਆ ਗਿਆ ਸੀਗਾ। ਇਹ ਏਜ ਪਰਸਨ ਸੀਗਾ ਸਚਿਦਾਨੰਦ ਸਿਨਹਾ, ਸੀਨੀਅਰਟੀ ਸੀਨੀਅਰ ਸੀਗਾ, ਇਹਨੂੰ ਤਾਂ ਲਾਤਾ ਸੀਗਾ ਜ਼ਿਆਦੀ ਉਮਰ ਦਾ ਹੋਣ ਕਰਕੇ ਇਹਦਾ ਆਦਰ ਸਤਿਕਾਰ ਕਰਨ ਦੇ ਵਾਸਤੇ। ਫਿਰ ਇਲੈਕਸ਼ਨ ਹੋਈ, ਫਿਰ ਕੌਂਸਟੀਟਿਊਐਂਟ ਅਸੈਂਬਲੀ ਦਾ ਜਿਹੜਾ ਪਰਮਾਨੈਂਟ ਪ੍ਰੈਜ਼ੀਡੈਂਟ ਲਾਤਾ ਉਹ ਕੌਣ ਲਾਤਾ? ਡਾਕਟਰ ਰਜਿੰਦਰ ਪ੍ਰਸਾਦ। ਕਦੋਂ ਲਾਇਆ ਗਿਆ? 11 ਦਸੰਬਰ 1946। ਨੈਕਸਟ ਚੱਲਦੇ ਹਾਂ। ਡਰਾਫਟਿੰਗ ਕਮੇਟੀ ਦਾ ਜਿਹੜਾ ਚੇਅਰਮੈਨ ਸੀ ਉਹ ਕੌਣ ਸੀਗਾ? ਤੁਹਾਡਾ BR ਅੰਬੇਦਕਰ। ਠੀਕ ਹੈ ਜੀ। ਡਰਾਫਟਿੰਗ ਕਮੇਟੀ ਦਾ ਚੇਅਰਮੈਨ BR ਅੰਬੇਦਕਰ ਸੀ। BR ਅੰਬੇਦਕਰ ਨੂੰ ਫਾਦਰ ਆਫ ਇੰਡੀਅਨ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਜਿਹੜਾ ਸਾਡਾ ਸੰਵਿਧਾਨ ਹੈ ਇਹਨੂੰ ਬਣਨ ਲਈ 2 ਸਾਲ 11 ਮਹੀਨੇ 18 ਦਿਨ ਲੱਗੇ। 26 ਨਵੰਬਰ 1946 ਨੂੰ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ। 26 ਨਵੰਬਰ 1946 ਨੂੰ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ। ਬਟ ਅਸੀਂ ਲਾਗੂ ਕਦੋਂ ਕੀਤਾ? ਇਹ 26 ਜਨਵਰੀ 1950 ਨੂੰ। ਇਹ ਕੁਐਸਚਨ ਕਨਫਿਊਜ਼ ਨਹੀਂ ਹੋਣਾ ਕਿਸੇ ਨੇ, ਧਿਆਨ ਰੱਖਣਾ ਇਸ ਚੀਜ਼ ਦਾ ਵੀ ਜਿਹੜਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀਗਾ ਉਹ ਕਦੋਂ ਹੋ ਗਿਆ ਸੀਗਾ? 26 ਨਵੰਬਰ 1946। ਬਟ ਲਾਗੂ ਕਦੋਂ ਕੀਤਾ ਗਿਆ? 26 ਜਨਵਰੀ 1950। ਇਹਨੂੰ ਕੇਮ ਇਨਟੂ ਫੋਰਸ ਵੀ ਕਹਿ ਦਿੰਦੇ ਨੇ। ਸੌਰੀ ਥੋੜੀ ਜਿਹੀ ਗਲਤੀ ਹੋ ਗਈ, ਮਿਸਟੇਕ ਲੱਗ ਗਈ ਯਾਰ, ਮੈਂ ਮਾਫੀ ਚਾਹੁੰਦਾ। ਆਪਣਾ ਜਿਹੜਾ ਸੰਵਿਧਾਨ ਬਣ ਕੇ ਤਿਆਰ ਹੋਇਆ 46 ਚ ਨਹੀਂ ਹੋਇਆ ਸੀ, 49 ਚ ਹੋਇਆ ਸੀਗਾ, ਗਲਤੀ ਲੱਗ ਗਈ। ਲੇਕਿਨ ਜਿਹੜਾ ਲਾਗੂ ਕੀਤਾ ਗਿਆ ਉਹ ਕਦੋਂ ਕੀਤਾ ਗਿਆ? 26 ਜਨਵਰੀ 1950। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਆਪਾਂ। 26 ਜਨਵਰੀ 1950 ਦੇ ਵਿੱਚ ਤਾਂ ਲਾਗੂ ਕੀਤਾ ਗਿਆ ਸੀ ਬਿਕੋਜ਼ ਆਫ ਕਿ ਆਪਾਂ 1930 ਦੇ ਵਿੱਚ ਜਨਵਰੀ 1930 26 ਜਨਵਰੀ 1930 ਨੂੰ ਆਪਾਂ ਕੀ ਮਨਾ ਚੁੱਕੇ ਸੀਗੇ? ਆਪਣਾ ਫਰਸਟ ਇੰਡੀਪੈਂਡੈਂਸ ਡੇ। ਹੁਣ ਆਪਾਂ ਜੇ ਗੱਲ ਕਰੀਏ ਜਿਹੜਾ ਸਾਡਾ ਸੰਵਿਧਾਨ ਹੈ ਆਪਾਂ ਵੇਰੀਅਸ ਕੰਟਰੀਜ਼ ਤੋਂ ਬੋਰੋ ਕੀਤਾ। ਆਪਾਂ ਉਹਨਾਂ ਦਾ ਸੰਵਿਧਾਨ ਦੇਖਿਆ, ਪੜ੍ਹਿਆ, ਕੁਛ ਉਹਨਾਂ ਤੋਂ ਸਿੱਖਿਆ, ਕੁਛ ਆਪਣਾ ਕੀ ਕੀਤਾ, ਆਪਾਂ ਅਮੈਂਡ ਕੀਤਾ ਫਿਰ ਇਸ ਚੀਜ਼ ਨੂੰ ਸਾਰੇ। ਹੁਣ ਸੋਰਸ ਆਫ ਇੰਡੀਅਨ ਕੌਂਸਟੀਟਿਊਸ਼ਨ ਆਪਾਂ ਸੰਵਿਧਾਨ ਕਿਹੜੀਆਂ ਕੰਟਰੀਆਂ ਤੋਂ ਲਿਆ? ਪਹਿਲਾ ਹੈਗਾ ਫਸਟ ਪਾਸਟ ਦਾ ਪੋਸਟ ਸਿਸਟਮ। ਇਹ ਰਾਜੇ ਇੱਕ ਪ੍ਰਿੰਸੀਪਲ ਵੀ ਹੈ, ਤੁਹਾਨੂੰ ਪੁੱਛ ਲੈਣਗੇ ਆਪਾਂ ਜਦੋਂ ਪੜਾਂਗੇ ਲੋਕ ਸਭਾ ਦਾ ਪ੍ਰਿੰਸੀਪਲ ਹੈ ਜਿਹੜੀ, ਜਿਵੇਂ ਉਹ ਡਾਇਰੈਕਟ ਇਲੈਕਸ਼ਨ ਹੁੰਦੀ ਹੈ ਉਹਦੀ। ਫਸਟ ਪਾਸਟ ਦਾ ਪੋਸਟ ਸਿਸਟਮ ਦਾ ਮਤਲਬ ਹੈਗਾ ਇੱਕ ਮਤਲਬ ਕਿ ਪ੍ਰਿੰਸੀਪਲ ਹੈ ਲੋਕ ਸਭਾ ਦੀ ਇਲੈਕਸ਼ਨ ਦਾ, ਜਿਹਦੇ ਤਹਿਤ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ। ਠੀਕ ਹੈ ਜੀ। ਪ੍ਰਿੰਸੀਪਲ ਆਫ ਲੋਕ ਸਭਾ ਇਲੈਕਸ਼ਨ। ਅੱਗੇ ਪਾਰਲੀਮੈਂਟਰੀ ਗਵਰਨਮੈਂਟ। ਪਾਰਲੀਮੈਂਟਰੀ ਗਵਰਨਮੈਂਟ ਕੀ ਹੁੰਦਾ ਹੈ? ਪਾਰਲੀਮੈਂਟ ਗਵਰਨਮੈਂਟ ਦੇ ਵਿੱਚ ਆਪਾਂ ਕਰਦੇ ਹਾਂ ਹੁਣ ਪਾਰਲੀਮੈਂਟ ਗਵਰਨਮੈਂਟ ਕੀ ਹੁੰਦਾ? ਪਾਰਲੀਮੈਂਟ ਇੱਕ ਪੇਪਰਾਂ ਦੇ ਵਿੱਚ ਆਮ ਹੀ ਕੁਐਸਚਨ ਪੁੱਛਿਆ ਜਾਂਦਾ ਹੈ। ਪਾਰਲੀਮੈਂਟ ਕੰਸਿਸਟ ਹੈ, ਪਾਰਲੀਮੈਂਟ ਦੇ ਵਿੱਚ ਕੀ ਹੁੰਦਾ ਹੈ? ਪਾਰਲੀਮੈਂਟ ਦੇ ਵਿੱਚ ਪ੍ਰੈਜ਼ੀਡੈਂਟ, ਰਾਜ ਸਭਾ, ਅਤੇ ਲੋਕ ਸਭਾ ਹੁੰਦੀ ਹੈ। ਪਾਰਲੀਮੈਂਟ 'ਚ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ? ਪ੍ਰੈਜ਼ੀਡੈਂਟ, ਰਾਜ ਸਭਾ ਤੇ ਲੋਕ ਸਭਾ। ਉਸ ਤੋਂ ਅੱਗੇ ਹੈਗਾ ਆਈਡੀਆ ਆਫ ਰੂਲ ਆਫ ਲਾ। ਇਹ ਘੱਟ ਇੰਪੋਰਟੈਂਟ ਹੈ, ਇਹ ਵੀ ਬਸ ਬਟ ਆਪਾਂ ਕਿੱਥੋਂ ਲਿਆ? ਬ੍ਰਿਟੇਨ ਤੋਂ। ਉਸ ਤੋਂ ਬਾਅਦ ਆਫਿਸ ਆਫ ਕੈਗ ਦਾ ਆਫਿਸ ਆਪਾਂ ਕਿੱਥੋਂ ਲਿਆ? ਬ੍ਰਿਟੇਨ ਤੋਂ। ਬ੍ਰਿਟੇਨ ਜਿਹੜਾ ਜੋ ਵੀ ਆਲ ਇੰਡੀਆ ਦੇ ਐਕਸਪੈਂਡੀਚਰ ਹੁੰਦੇ ਨੇ ਉਹਨਾਂ ਦੀਆਂ ਰਿਪੋਰਟਾਂ ਨੂੰ ਆਡਿਟ ਕਰਦਾ ਹੈ। ਕੌਣ ਕਰਦਾ ਹੈ? ਕੈਗ। ਆਫਿਸ ਆਫ ਕੈਗ ਵੀ ਆਪਾਂ ਨੇ ਕਿੱਥੋਂ ਲਿਆ? ਬ੍ਰਿਟੇਨ ਤੋਂ। ਉਸ ਤੋਂ ਬਾਅਦ ਸਿੰਗਲ ਸਿਟੀਜ਼ਨਸ਼ਿਪ ਕਿੱਥੋਂ ਲਈ ਆਪਾਂ? ਬ੍ਰਿਟੇਨ ਤੋਂ। ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ, ਬਟ ਜੇ ਆਪਾਂ ਗੱਲ ਕਰੀਏ
J&K ਦੀ ਉੱਥੇ ਪਹਿਲਾਂ ਕੀ ਹੁੰਦੀ ਸੀ, ਸਿੰਗਲ ਸਿਟੀਜ਼ਨਸ਼ਿਪ ਹੁੰਦੀ ਸੀ, ਸੌਰੀ ਡਿਊਲ ਹੁੰਦੀ ਸੀ, ਹੁਣ ਉੱਥੇ ਸਿੰਗਲ ਹੈ ਬਿਕੋਜ਼ ਆਫ ਕਿਉਂਕਿ ਬਣ ਚੁੱਕੀ ਹੈ, ਇੱਕ ਡਿਊਟੀ ਬਣ ਚੁੱਕੀ ਹੈ। ਅੱਗੇ ਬਾਈਕੈਮਲਿਜ਼ਮ ਦਾ ਜਿਵੇਂ ਕਿ ਦੋ ਸਦਨ ਹੁੰਦੇ ਨੇ, ਇੱਕ ਸਦਨ ਹੁੰਦਾ ਹੈ, ਇੱਕ ਦੋ ਸਦਨ ਹੁੰਦੇ ਨੇ, ਲਾਈਕ ਐਜ਼ ਲੋਕ ਸਭਾ ਤੇ ਰਾਜ ਸਭਾ। ਕੁਛ ਕੁ ਮੈਟਰਾਂ ਤੇ ਲੋਕ ਸਭਾ ਰਾਜ ਸਭਾ ਨੂੰ ਚੈੱਕ ਕਰਦੀ ਹੈ, ਤੇ ਜਾਂ ਇੰਟਰ ਮਤਲਬ ਕਿ ਆਪਸ ਚ ਵਾਈਸ ਵਰਸਾ ਨੇ ਦੋਨੋਂ, ਇਹ ਲੋਕ ਸਭਾ ਰਾਜ ਸਭਾ ਨੂੰ ਚੈੱਕ ਕਰੂਗੀ ਤੇ ਰਾਜ ਸਭਾ ਲੋਕ ਸਭਾ ਨੂੰ ਚੈੱਕ ਕਰਦੀ ਹੈ। ਠੀਕ, ਇਹ ਇਹਦਾ ਮਤਲਬ ਕਹਿੰਦਾ ਬਾਈਕੈਮਲਿਜ਼ਮ। ਅੱਗੇ ਯੂਨਾਈਟਿਡ ਸਟੇਟ ਆਫ ਅਮਰੀਕਾ, ਵੈਰੀ ਇੰਪੋਰਟੈਂਟ, ਫੰਡਾਮੈਂਟਲ ਰਾਈਟਸ। ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ, ਸਾਡੇ ਜਿਹੜੇ 6 ਫੰਡਾਮੈਂਟਲ ਰਾਈਟ ਨੇ, ਇਹ ਆਪਾਂ ਕਿੱਥੋਂ ਲਏ ਹੋਏ ਨੇ, USA ਤੋਂ। ਅੱਗੇ ਪਾਵਰਸ ਆਫ ਜੁਡੀਸ਼ੀਅਲ ਰਿਵਿਊ, ਜੁਡੀਸ਼ੀਅਲ ਰਿਵਿਊ ਦਾ ਮਤਲਬ ਕੀ, ਰਿਵਿਊ ਦਾ ਮਤਲਬ ਕੀ ਹੈ, ਲਾਈਕ ਐਜ਼ ਇਹ ਪ੍ਰੈਜ਼ੀਡੈਂਟ ਹੈ ਜਿਹੜਾ ਆਪਣੇ ਸਿਟੀਜ਼ਨ, ਜਿਹੜੇ ਇੰਡੀਅਨ ਦੇ ਸਿਟੀਜ਼ਨ ਨੇ ਲੋਕ, ਉਹਨਾਂ ਦੇ ਹੱਕਾਂ ਵਾਸਤੇ ਕੁਝ ਵੀ ਜੁਡੀਸ਼ਲੀ ਐਡਵਾਈਸ ਲੈ ਸਕਦਾ ਹੈ। ਕਿਹਨਾਂ ਤੋਂ ਲੈ ਸਕਦਾ ਇਹ, ਲੋਕ ਸੁਪਰੀਮ ਕੋਰਟ ਤੋਂ। ਠੀਕ, ਅੱਗੇ ਇੰਡੀਪੈਂਡੈਂਟ ਜੁਡੀਸ਼ਰੀ ਦਾ ਮਤਲਬ ਕੀ ਹੈ, ਇੰਡੀਪੈਂਡੈਂਟ ਜੁਡੀਸ਼ਰੀ ਆਪਾਂ ਕਿੱਥੋਂ ਲਈ ਹੈ, ਜਿਹੜੀ ਆਪਣੀ ਜੁਡੀਸ਼ਰੀ ਹੈ ਉਹ ਆਪਣਾ ਇੰਡੀਪੈਂਡੈਂਟ ਕੰਮ ਕਰੇ। ਉਸ ਤੋਂ ਬਾਅਦ ਰਿਟਨ ਕੌਂਸਟੀਟਿਊਸ਼ਨ, ਰਿਟਨ ਕੌਂਸਟੀਟਿਊਸ਼ਨ ਕਿੱਥੋਂ ਲਿਆ ਹੋਇਆ ਆਪਾਂ, USA ਤੋਂ। ਫਸਟ ਕੰਟਰੀ ਕਿਹੜੀ ਹੈ ਜਿੰਦਾ ਰਿਟਨ ਕੌਂਸਟੀਟਿਊਸ਼ਨ ਹੈ, ਉਹ ਵੀ ਕਿਹੜੀ ਹੈ, USA। ਪ੍ਰੈਂਬਲ, ਪ੍ਰੈਂਬਲ ਆਪਾਂ ਰਾਜੇ ਕਿੱਥੋਂ ਲਿਆ ਹੋਇਆ ਹੈ, ਇਹ ਵੀ USA ਤੋਂ ਲਿਆ ਹੋਇਆ ਹੈ। ਪ੍ਰੈਂਬਲ ਕੀ ਹੈ, ਇੱਕ ਕਰਕਸ ਹੈ, ਸਾਡਾ ਜਿਹੜਾ ਮਤਲਬ ਕਿ ਸੰਵਿਧਾਨ ਹੈ, ਜਿਵੇਂ ਆਇਡੈਂਟੀ ਕਾਰਡ ਕਹਿ ਸਕਦੇ ਹਾਂ ਆਪਾਂ, ਜਿਹੜਾ ਫਸਟ ਪੇਜ ਹੁੰਦਾ ਜਿਵੇਂ ਇੰਡੈਕਸ ਹੁੰਦਾ, ਲਾਈਕ ਹੈ ਸੇਮ ਕੀ ਆਪਣਾ ਪ੍ਰੈਂਬਲ। ਅੱਗੇ ਕੀ ਹੈ ਰਾਜੇ, ਪੋਸਟ ਆਫ ਵਾਈਸ ਪ੍ਰੈਜ਼ੀਡੈਂਟ, ਇਹ ਵੀ ਕਿੱਥੋਂ ਲਿਆ ਹੋਇਆ ਆਪਾਂ, USA। ਅੱਗੇ ਆਇਰਿਸ਼ ਕੌਂਸਟੀਟਿਊਸ਼ਨ ਤੋਂ, ਆਇਰਿਸ਼ ਕੌਂਸਟੀਟਿਊਸ਼ਨ ਤੋਂ ਕੀ ਲਿਆ ਹੋਇਆ ਹੈ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਵੈਰੀ ਵੈਰੀ ਇੰਪੋਰਟੈਂਟ, ਕਿੱਥੋਂ ਲਿਆ ਹੋਏ ਨੇ, ਆਇਰਿਸ਼ ਕੌਂਸਟੀਟਿਊਸ਼ਨ ਤੋਂ। ਇਹਨਾਂ ਨੇ ਕਿੱਥੋਂ ਬੋਰੋ ਕੀਤੇ ਸੀਗੇ, ਸਪੇਨ ਤੋਂ। ਅੱਗੇ ਮੈਥਡ ਆਫ ਦਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦਾ ਮੈਥਡ ਕਿੱਥੋਂ ਲਿਆ ਹੋਇਆ ਆਪਾਂ, ਆਇਰਿਸ਼ ਕੌਂਸਟੀਟਿਊਸ਼ਨ ਤੋਂ। ਅੱਗੇ ਨੋਮੀਨੇਸ਼ਨ ਮੈਂਬਰ ਆਫ ਇਨ ਦਾ ਰਾਜ ਸਭਾ ਬਾਈ ਦਾ ਪ੍ਰੈਜ਼ੀਡੈਂਟ, ਜਿਵੇਂ ਕਿ ਪ੍ਰੈਜ਼ੀਡੈਂਟ ਰਾਜ ਸਭਾ ਦੇ ਵਿੱਚ 12 ਮੈਂਬਰ ਨੋਮੀਨੇਟ ਕਰਦਾ ਹੈ, ਉਹ ਕਿਹੜੇ ਹੁੰਦੇ ਨੇ 12 ਮੈਂਬਰ, ਲਿਟਰੇਚਰ, ਆਰਟ, ਕਲਚਰ ਵਾਲੇ ਜਿਹੜੇ ਹੁੰਦੇ ਨੇ, ਜਾਂ ਸੋਸ਼ਲ ਸਰਵਿਸਿਜ਼ ਵਾਲੇ ਹੁੰਦੇ ਨੇ, ਇਹ ਬੰਦੇ ਕੀ ਕਰਦਾ, ਨੋਮੀਨੇਟ ਕਰਦਾ ਪ੍ਰੈਜ਼ੀਡੈਂਟ। ਅੱਗੇ ਕੈਨੇਡੀਅਨ ਕੌਂਸਟੀਟਿਊਸ਼ਨ ਤੋਂ, ਕੌਂਸਟੀਟਿਊਸ਼ਨ ਦਾ ਜਿਹੜਾ ਆਪਾਂ ਕੈਨੇਡਾ ਤੋਂ ਲਿਆ ਹੋਇਆ ਹੈ, ਇਹ ਰਹਿਣ ਦੋ ਕੋਈ ਗੱਲ ਨਹੀਂ, ਹਾਂ ਸੌਰੀ ਫੈਡਰਲਿਜ਼ਮ, ਫੈਡਰਲਿਜ਼ਮ ਆਪਾਂ ਕਿੱਥੋਂ ਲਿਆ, ਫੈਡਰਲਿਜ਼ਮ ਕੌਂਸਟੀਟਿਊਸ਼ਨ ਤੋਂ। ਫੈਡਰਲ ਦਾ ਮਤਲਬ ਰਾਜੇ ਇਹ ਹੁੰਦਾ, ਇੰਡੀਆ ਇੱਕ ਫੈਡਰਲ ਕੰਟਰੀ ਆ, ਫੈਡਰਲ ਦਾ ਮਤਲਬ ਹੁੰਦਾ ਸੈਂਟਰ ਕੋਲ ਪਾਵਰਾਂ ਜ਼ਿਆਦਾ ਹੋਣ, ਸਟੇਟ ਕੋਲ ਪਾਵਰਾਂ ਘੱਟ ਹੋਣ। ਅੱਗੇ USSR ਤੋਂ, 5 ਈਅਰ ਪਲਾਨ ਆਪਾਂ ਨਹੀਂ ਕਰਨਾ, ਬਸ ਜੇ ਆਪਾਂ ਗੱਲ ਕਰੀਏ ਫੰਡਾਮੈਂਟਲ ਡਿਊਟੀਜ਼ ਦੀ, ਵੈਰੀ ਵੈਰੀ ਇੰਪੋਰਟੈਂਟ ਨੇ, ਇਹ ਕਿੱਥੋਂ ਲਈਆਂ ਹੋਈਆਂ ਨੇ ਅਸੀਂ, ਫੰਡਾਮੈਂਟਲ ਡਿਊਟੀਆਂ ਕਿੱਥੋਂ ਲਈਆਂ ਹੋਈਆਂ ਨੇ ਆਪਾਂ ਨੇ, USSR। ਉਸ ਤੋਂ ਬਾਅਦ ਆਸਟ੍ਰੇਲੀਅਨ ਕੌਂਸਟੀਟਿਊਸ਼ਨ, ਆਸਟ੍ਰੇਲੀਅਨ ਕੌਂਸਟੀਟਿਊਸ਼ਨ ਤੋਂ ਕੀ ਲਿਆ ਹੋਇਆ ਆਪਾਂ, ਕਨਕਰੰਟ ਲਿਸਟ। ਸਭ ਤੋਂ ਪਹਿਲਾਂ ਕੀ ਹੈ, ਕਨਕਰੰਟ ਲਿਸਟ। ਇਹ ਜਦੋਂ ਆਪਾਂ ਅੱਗੇ ਕਰਾਂਗੇ ਤੁਹਾਨੂੰ ਸਾਰੀ ਗੱਲ ਸਮਝ ਆ ਜਾਊਗੀ ਕੀ ਹੈ ਇਹ। ਕਨਕਰੰਟ ਲਿਸਟ ਕਿੱਥੋਂ ਲਈ ਹੋਈ ਹੈ, ਆਪਣੇ ਆਸਟ੍ਰੇਲੀਅਨ ਕੌਂਸਟੀਟਿਊਸ਼ਨ ਤੋਂ। ਅੱਗੇ ਪ੍ਰੋਵਾਈਡਿੰਗ ਰਿਗਾਰਡਿੰਗ ਟ੍ਰੇਡ, ਇਹ ਘੱਟ ਪੁੱਛਿਆ ਜਾਂਦਾ ਹੈ, ਘੱਟ ਇੰਪੋਰਟੈਂਟ ਹੈ। ਅੱਗੇ ਕਮਰਸ ਐਂਡ ਇੰਟਰਕਰੰਸ ਨਹੀਂ ਪੁੱਛਿਆ ਜਾਂਦਾ। ਲੈਂਗੁਏਜ ਪ੍ਰੈਂਬਲ, ਇਹ ਵੀ ਨਹੀਂ ਕਦੀ ਪੁੱਛਿਆ ਜਾਂਦਾ, ਬਹੁਤ ਘੱਟ ਪੁੱਛਿਆ ਜਾਂਦਾ, ਇਹਦੇ ਪਰ ਧਿਆਨ ਚ ਰੱਖਣਾ, ਪੇਪਰ ਚ ਆਉਣ ਦੇ ਚਾਂਸ ਹੈਗੇ ਨੇ। ਅੱਗੇ ਜੁਆਇੰਟ ਸੀਟਿੰਗ, ਜੁਆਇੰਟ ਸੀਟਿੰਗ ਕੀ ਹੁੰਦੀ ਹੈ, ਕਿਸੇ ਵੀ ਬਿੱਲ ਨੂੰ ਲੈ ਕੇ ਜਦੋਂ ਦੋਨਾਂ ਸਦਨਾਂ ਦੇ ਵਿੱਚ ਸਹਿਮਤੀ ਨਹੀਂ ਬਣਦੀ, ਫਿਰ ਕੀ ਹੁੰਦੀ ਹੈ, ਜੁਆਇੰਟ ਸੀਟਿੰਗ। ਜੁਆਇੰਟ ਸੀਟਿੰਗ ਦੇ ਜਿਹੜੇ ਸੰਮਣ ਭੇਜਦਾ, ਉਹ ਕੌਣ ਭੇਜਦਾ, ਪ੍ਰੈਜ਼ੀਡੈਂਟ। ਬਟ ਜਿਹੜਾ ਉਹਨੂੰ ਪ੍ਰੈਜ਼ਾਈਡ ਕਰਦਾ, ਉਹ ਕੌਣ ਕਰਦਾ, ਤੁਹਾਡਾ ਲੋਕ ਸਭਾ ਦਾ ਸਪੀਕਰ। ਅੱਗੇ ਕੌਂਸਟੀਟਿਊਸ਼ਨ ਆਫ ਜਰਮਨੀ ਤੋਂ ਕੀ ਲਿਆ ਹੋਇਆ ਹੈ, ਸਾਡੇ ਜਿਹੜੇ ਫੰਡਾਮੈਂਟਲ ਰਾਈਟ ਨੇ ਸਾਰੇ ਸਸਪੈਂਡ ਹੋ ਜਾਂਦੇ ਨੇ, ਲੇਕਿਨ ਦੋ ਨੂੰ ਛੱਡ ਕੇ, ਦੋ ਕਿਹੜੇ ਨੇ ਉਹ, 20 ਤੇ 21, 20 ਐਂਡ 21, ਇਹ ਕੀ ਸਸਪੈਂਡ ਨਹੀਂ ਹੁੰਦੇ ਡਿਊਰਿੰਗ ਐਮਰਜੈਂਸੀ। ਅੱਗੇ ਸਾਊਥ ਅਫਰੀਕਾ ਤੋਂ ਕੀ ਲਿਆ ਹੋਇਆ ਰਾਜੇ ਆਪਾਂ, ਪ੍ਰੋਸੀਜਰ ਆਫ ਕੌਂਸਟੀਟਿਊਸ਼ਨਲ ਅਮੈਂਡਮੈਂਟ। ਪ੍ਰੋਸੀਜਰ ਆਫ ਕੌਂਸਟੀਟਿਊਸ਼ਨਲ ਅਮੈਂਡਮੈਂਟ ਕਿੱਥੋਂ ਲਿਆ ਹੋਇਆ ਹੈ, ਅਫਰੀਕਾ ਤੋਂ। ਜੇ ਸਾਨੂੰ ਕੋਈ ਚੇਂਜ, ਅਸੀਂ ਜਿਹੜੀ ਵੀ ਅਮੈਂਡਮੈਂਟ ਕਰਦੇ ਹਾਂ ਆਪਣੇ ਸੰਵਿਧਾਨ ਦੇ ਵਿੱਚ, ਉਹ 368 ਨੰਬਰ 368 ਦੇ ਆਰਟੀਕਲ ਦੇ ਤਹਿਤ ਆਪਾਂ ਕਰਦੇ ਹਾਂ। ਅੱਗੇ ਫਰਾਂਸ ਤੋਂ ਕੀ ਲਿਆ ਹੋਇਆ ਹੈ, ਆਪਣੇ ਲਿਬਰਟੀ,
ਇਕੁਐਲਿਟੀ ਤੇ ਫਰਟਰਨਿਟੀ, ਇਹ ਤਿੰਨ ਵਰਡ ਆਪਾਂ ਕਿੱਥੋਂ ਲਏ ਹੋਏ ਨੇ? ਫਰਾਂਸ ਤੋਂ। ਵੈਰੀ ਇੰਪੋਰਟੈਂਟ ਵਰਡ ਨੇ ਇਹ। ਓਕੇ, ਬਾਏ ਬਾਏ, ਸਤਿ ਸ਼੍ਰੀ ਅਕਾਲ ਦੋਸਤੋ।